हाँ जी बच्चों, ਆਪਾਂ ਹੁਣ ਪੜਾਂਗੇ ਪ੍ਰੈਪਰੇਸ਼ਨ ਆਫ ਸੋਇਲ। ਐਗਰੀਕਲਚਰ ਪ੍ਰੈਕਟਿਸ ਦਾ ਪਹਿਲਾ ਸਟੈਪ। ਪ੍ਰੈਪਰੇਸ਼ਨ ਆਫ ਸੋਇਲ ਇਜ਼ ਦਾ ਫਸਟ ਸਟੈਪ ਬਿਫੋਰ ਗਰੋਇੰਗ ਏ ਕ੍ਰੌਪ। ਕੋਈ ਵੀ ਫਸਲ ਉਗਾਉਣ ਤੋਂ ਪਹਿਲਾਂ ਸੋਇਲ ਦੀ ਜਿਹੜੀ ਤਿਆਰੀ ਆ ਉਹ ਫਸਲ ਉਗਾਉਣ ਦਾ ਪਹਿਲਾ ਸਟੈਪ ਆ। ਵਨ ਆਫ ਦਾ ਮੋਸਟ ਇੰਪੋਰਟੈਂਟ ਟਾਸਕ ਇਨ ਐਗਰੀਕਲਚਰ ਇਜ਼ ਟੂ ਟਰਨ ਦਾ ਸੋਇਲ ਐਂਡ ਲੂਜ਼ ਇਟ। ਸੋ ਐਗਰੀਕਲਚਰ ਖੇਤੀਬਾੜੀ ਦੇ ਵਿੱਚ ਜਿਹੜਾ ਮੁੱਢਲਾ ਕੰਮ ਹੈ ਉਹ ਕੀ ਹੈ? ਸੋਇਲ ਨੂੰ ਟਰਨ ਕਰਨਾ, ਇਹਨੂੰ ਲੂਜ਼ ਕਰਨਾ, ਮਤਲਬ ਮਿੱਟੀ ਪੋਲੀ ਕਰਨੀ। ਦਿਸ ਅਲਾਉਜ਼ ਦਾ ਰੂਟਸ ਟੂ ਪੈਨੀਟ੍ਰੇਟ ਡੀਪ ਇਨਟੂ ਸੋਇਲ। ਇਹਦੇ ਨਾਲ ਜਿਹੜੇ ਪੌਦੇ ਦੀਆਂ ਜੜ੍ਹਾਂ ਨੇ ਉਹ ਮਿੱਟੀ ਵਿੱਚ ਡੂੰਘੀਆਂ ਚਲੀਆਂ ਜਾਂਦੀਆਂ ਨੇ। ਦਾ ਲੂਜ਼ ਸੋਇਲ ਅਲਾਉਜ਼ ਦਾ ਰੂਟਸ ਟੂ ਬਰੀਥ ਈਜ਼ਲੀ ਈਵਨ ਵੈਨ ਦੇ ਗੋ ਡੀਪ ਇਨਟੂ ਦਾ ਸੋਇਲ। ਇਹਦੇ ਨਾਲ ਕੀ ਹੁੰਦਾ ਕਿ ਜਿਹੜੀਆਂ ਜੜ੍ਹਾਂ ਨੇ ਪੌਦੇ ਦੀਆਂ ਜਿੰਨੀਆਂ ਮਰਜ਼ੀ ਸੋਇਲ ਦੇ ਵਿੱਚ ਮਿੱਟੀ ਦੇ ਵਿੱਚ ਚਲੀਆਂ ਜਾਣ ਡੂੰਘੀਆਂ, ਅਤੇ ਉਹਦੇ ਵਿੱਚ ਕੀ ਹੁੰਦਾ ਕਿ ਉਹਦੀਆਂ ਜੜ੍ਹਾਂ ਨੂੰ ਸਾਹ ਲੈਣਾ ਸੌਖਾ ਰਹਿੰਦਾ। ਬਟ ਦਾ ਲੂਜ਼ਨਿੰਗ ਆਫ ਸੋਇਲ ਅਲਾਉਜ਼ ਦਾ ਰੂਟਸ ਟੂ ਬਰੀਥ ਈਜ਼ਲੀ। ਹੁਣ ਹੈ ਕਿ ਜਿਹੜੇ ਮਿੱਟੀ ਸੋਇਲ ਨੂੰ ਲੂਜ਼ ਕਰਨ ਨਾਲ, ਪੋਲੀ ਕਰਨ ਦੇ ਨਾਲ ਪੌਦੇ ਨੂੰ ਸਾਹ ਕਿਵੇਂ ਸੌਖਾ ਆਉਂਦਾ? ਦਾ ਲੂਜ਼ਨਡ ਸੋਇਲ ਹੈਲਪਸ ਇਨ ਏ ਗਰੋਥ ਆਫ ਅਰਥਵਰਮ। ਉਸ ਤੋਂ ਅੱਗੇ ਹੈ ਕਿ ਜਿਹੜਾ ਸੋਇਲ ਨੂੰ ਅਸੀਂ ਲੂਜ਼ ਕਰਦੇ ਹਾਂ, ਪੋਲੀ ਕਰਦੇ ਹਾਂ, ਇਹਦੇ ਨਾਲ ਜਿਹੜੇ ਗੰਡੋਏ ਆ ਅਰਥਵਰਮ ਨੇ ਉਹਨਾਂ ਦੀ ਗਰੋਥ ਦੇ ਵਿੱਚ ਵਾਧਾ ਹੁੰਦਾ। ਐਂਡ ਜਿਹੜੇ ਹੋਰ ਮਾਈਕਰੋਬਸ ਨੇ ਪ੍ਰੈਜ਼ੈਂਟ ਇਨ ਸੋਇਲ, ਇਹਦੇ ਨਾਲ ਉਹ ਵੀ ਗਰੋ ਕਰਦੇ ਆ। ਥੀਸ ਆਰਗੈਨਿਜ਼ਮ ਆਰ ਫਰੈਂਡਸ ਆਫ ਫਾਰਮਰਸ ਸਿੰਸ ਦੇ ਫਰਦਰ ਟਰਨ ਐਂਡ ਲੂਜ਼ ਦਾ ਸੋਇਲ। ਇਹ ਜਿਹੜੇ ਅਰਥਵਰਮ ਤੇ ਮਾਈਕਰੋਬਸ ਨੇ ਇਹ ਫਾਰਮਰਸ ਦੇ ਕਿਸਾਨਾਂ ਦੇ ਦੋਸਤ ਹੁੰਦੇ ਆ, ਕਿਉਂਕਿ ਇਹ ਅੱਗੇ ਵੀ ਜਿਵੇਂ ਜਿਵੇਂ ਗਰੋ ਕਰਦੇ ਆ ਮਿੱਟੀ ਨੂੰ ਪੋਲਾ ਕਰਦੇ ਰਹਿੰਦੇ ਆ। ਐਂਡ ਐਡ ਹਿਊਮਸ ਟੂ ਇਟ। ਅਤੇ ਮਿੱਟੀ ਦੇ ਵਿੱਚ ਜਿਹੜੀ ਫਰਟੀਲਿਟੀ ਆ, ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਆ, ਮਿੱਟੀ ਨੂੰ ਹਿਊਮਸ ਪ੍ਰਦਾਨ ਕਰਦੇ ਆ, ਮਤਲਬ ਸਲਾਬ ਰੱਖਦੇ ਆ। ਬਟ ਵਾਈ ਡਜ਼ ਦਾ ਸੋਇਲ ਨੀਡ ਟੂ ਬੀ ਟਰਨ ਐਂਡ ਲੂਜ਼ਨਸ? You have learned in previous classes that soil contains minerals, water and air, some other living organisms. ਪਹਿਲੇ ਕੁਝ ਚੈਪਟਰਾਂ ਦੇ ਵਿੱਚ ਤੁਸੀਂ ਜਾਂ ਪਹਿਲੀਆਂ ਕਲਾਸਾਂ 'ਚ ਇਹ ਬੱਚੋ ਪੜ੍ਹਿਆ ਹੈ ਕਿ ਜਿਹੜਾ ਸੋਇਲ ਆ ਉਹਦੇ ਵਿੱਚ ਕੀ ਹੁੰਦਾ? ਮਿਨਰਲਸ, ਖਣਿਜ ਪਦਾਰਥ ਹੁੰਦੇ ਆ, ਵਾਟਰ ਆ, ਏਅਰ ਆ, ਅਤੇ ਕੁਝ ਲਿਵਿੰਗ ਜੀਵ। In addition, dead plants and animals get decomposed by soil organisms. ਇਹਦੇ ਨਾਲ ਹੀ ਕੁਝ ਜਿਹੜੇ ਮਰੇ ਹੋਏ ਜਾਂ ਸੁੱਕੇ ਹੋਏ ਪੌਦੇ ਹੁੰਦੇ ਨੇ ਉਹ ਵੀ ਵਿੱਚ ਪਾਏ ਜਾਂਦੇ ਆ ਸੋਇਲ ਦੇ ਵਿੱਚ, ਅਤੇ ਕੁਝ ਐਨੀਮਲਸ। ਇਨ ਦਿਸ ਵੇ ਵੇਰੀਅਸ ਨਿਊਟ੍ਰੀਐਂਟਸ ਹੈਲਡ ਇਨ ਦਾ ਡੈਡ ਆਰਗੈਨਿਜ਼ਮ ਆਰ ਰਿਲੀਜ਼ਡ ਬੈਕ ਇਨ ਟੂ ਦਾ ਸੋਇਲ। ਅਤੇ ਇਹ ਜਿਹੜੇ ਮਰ ਜਾਂਦੇ ਆ ਪੌਦੇ ਜਾਂ ਜੀਵ ਜੰਤੂ, ਇਹ ਦੁਬਾਰੇ ਤੋਂ ਮੁੜ ਕੇ ਮਤਲਬ ਸੋਇਲ ਦੇ ਵਿੱਚ ਕੁਝ ਨਿਊਟ੍ਰੀਐਂਟਸ, ਪੌਸ਼ਟਿਕ ਤੱਤ ਛੱਡ ਦਿੰਦੇ ਆ। ਦੀਜ਼ ਨਿਊਟ੍ਰੀਐਂਟਸ ਆਰ ਅਗੇਨ ਐਬਜ਼ੋਰਬਡ ਬਾਈ ਪਲਾਂਟਸ। ਅਤੇ ਇਹ ਨਿਊਟ੍ਰੀਐਂਟਸ ਨੂੰ ਦੁਬਾਰੇ ਫਿਰ ਪੌਦੇ ਐਬਜ਼ੋਰਬ ਕਰਦੇ ਆ, ਸੋਖਦੇ ਆ। ਸਿੰਸ ਓਨਲੀ ਏ ਫਿਊ ਸੈਂਟੀਮੀਟਰਸ ਆਫ ਏ ਟੋਪ ਲੇਅਰ ਆਫ ਸੋਇਲ ਸਪੋਰਟਸ ਪਲਾਂਟ ਗਰੋਥ। ਸਿਰਫ ਜਿਹੜੀ ਕੁਝ ਸੈਂਟੀਮੀਟਰ ਜਿਹੜੀ ਟੋਪ ਸੋਇਲ ਆ, ਉੱਪਰਲੀ ਮਿੱਟੀ ਆ, ਉੱਪਰਲੀ ਜਿਹੜੀ ਮਿੱਟੀ ਆ, ਉੱਪਰਲੀ ਮਿੱਟੀ ਦੀ ਸਤ੍ਹਾ ਹੈ, ਉਹਦੇ ਵਿੱਚ ਪਲਾਂਟ ਜਿਹੜੀ ਗਰੋਥ ਆ, ਪੌਦਿਆਂ ਦੀ ਵਾਧਾ ਫੁੱਲਾ ਹੁੰਦਾ ਹੈ। ਦ ਟਰਨਿੰਗ ਐਂਡ ਲੂਜ਼ਨਿੰਗ ਆਫ ਸੋਇਲ ਬ੍ਰਿੰਗਸ ਦਾ ਨਿਊਟ੍ਰੀਐਂਟ ਰਿਚ ਸੋਇਲ। ਜਿਹੜੀ ਅਸੀਂ ਮਿੱਟੀ ਨੂੰ ਪੋਲਾ ਕਰਦੇ ਹਾਂ ਉਹਦਾ ਇਹ ਕਾਰਨ ਆ ਕਿ ਜਿਹੜੀ ਮਿੱਟੀ ਦੇ ਵਿੱਚ ਤੱਤ ਨੇ, ਪੋਸ਼ਕ ਤੱਤ, ਉਸ ਨੂੰ ਸਹੀ ਮਾਤਰਾ ਦੇ ਵਿੱਚ ਮਿਲਦੇ ਰਹਿਣ ਉਹਦੇ ਟੌਪ ਦੇ ਵਿੱਚ, ਸੋ ਦੈਟ ਪਲਾਂਟਸ ਕੈਨ ਯੂਜ਼ ਦੀਜ਼ ਨਿਊਟ੍ਰੀਐਂਟਸ। ਅਤੇ ਪੌਦੇ ਆ ਜਿਹੜੇ ਇਸ ਨਿਊਟ੍ਰੀਐਂਟਸ ਨੂੰ ਪ੍ਰਾਪਤ ਕਰਦੇ ਰਹਿਣ। ਦਸ ਟਰਨਿੰਗ ਐਂਡ ਲੂਜ਼ਨਿੰਗ ਆਫ ਸੋਇਲ ਇਜ਼ ਵੈਰੀ ਇੰਪੋਰਟੈਂਟ ਫॉर ਕਲਟੀਵੇਸ਼ਨ ਆਫ ਕ੍ਰੌਪਸ। ਸੋ ਫਸਲਾਂ ਦੀ ਜਿਹੜੀ ਹੈ ਕਲਟੀਵੇਸ਼ਨ, ਉਗਾਉਣ ਦੀ ਸਭ ਤੋਂ ਵਧੀਆ ਜੇ ਇੰਪੋਰਟੈਂਟ ਪ੍ਰੋਸੈਸ ਹੈ ਟਰਨਿੰਗ ਐਂਡ ਲੂਜ਼ਨਿੰਗ ਆਫ ਸੋਇਲ, ਮਿੱਟੀ ਨੂੰ ਪੋਲਾ ਕਰਨਾ। ਦ ਪ੍ਰੋਸੈਸ ਆਫ ਲੂਜ਼ਨਿੰਗ ਐਂਡ ਟਰਨਿੰਗ ਆਫ ਸੋਇਲ ਇਜ਼ ਕਾਲਡ ਟਿਲਿੰਗ ਔਰ ਪਲੋਇੰਗ। ਅਤੇ ਜਿਹੜੇ ਮਿੱਟੀ ਨੂੰ ਪੋਲਾ ਕਰਨ ਦੀ ਜਿਹੜੀ ਵਿਧੀ ਹੈ ਉਸ ਨੂੰ ਅਸੀਂ ਟਿਲਿੰਗ ਜਾਂ ਪਲੋਇੰਗ ਕਹਿੰਦੇ ਹਾਂ। ਪੰਜਾਬੀ ਵਿੱਚ ਆਪਾਂ ਕਹਾਂਗੇ ਇਹਨੂੰ ਹਲ ਵਾਹੁਣਾ ਕਹਿੰਦੇ ਆ। ਦਿਸ ਇਜ਼ ਡਨ ਬਾਈ ਯੂਜ਼ਿੰਗ ਏ ਪਲੋ, ਜਿਹੜੀ ਹਲ ਦੁਆਰਾ ਕੀਤੀ ਜਾਂਦੀ ਹੈ। ਪਲੋਸ ਆਰ ਮੇਡ ਆਫ ਵੁੱਡ ਔਰ ਆਇਰਨ। ਇਹ ਜਿਹੜੇ ਹਲ ਨੇ ਲੱਕੜ ਦੇ ਹੁੰਦੇ ਆ ਜਾਂ ਫਿਰ ਲੋਹੇ ਦੇ। ਇਫ ਦਾ ਸੋਇਲ ਇਜ਼ ਵੈਰੀ ਡਰਾਈ, ਜੇ ਜਿਹੜੀ ਮਿੱਟੀ ਆ ਬਹੁਤ ਜ਼ਿਆਦਾ ਖੁਸ਼ਕ ਹੋਵੇ, ਇਟ ਮੇ ਨੀਡ ਵਾਟਰਿੰਗ ਬਿਫੋਰ ਪਲੋਇੰਗ, ਤਾਂ ਹਲ ਵਾਹੁਣ ਤੋਂ ਪਹਿਲਾਂ ਇਸ ਨੂੰ ਪਾਣੀ ਦੀ ਲੋੜ ਪੈਂਦੀ ਆ। ਦਾ ਪਲੋਡ ਫੀਲਡ ਮੇ ਹੈਵ big pieces of soil called crumbs.
ਜਿਹੜੇ ਪਲੋਇਡ ਫੀਲਡ ਦੇ ਵਿੱਚ ਵੱਡੇ ਵੱਡੇ ਮਿੱਟੀ ਦੇ ਡਲੇ ਹੁੰਦੇ ਆ, ਬਿਗ ਪੀਸ ਡਲੇ ਜਿਹਨੂੰ ਮਿੱਟੀ ਦੇ ਕਹਿੰਦੇ ਆ, ਉਹਨੂੰ ਕਹਿੰਦੇ ਨੇ ਕ੍ਰਮਸ। ਇਟ ਇਜ਼ ਨੈਸੈਸਰੀ ਟੂ ਬ੍ਰੇਕ ਥੀਸ ਕ੍ਰਮਸ ਵਿਦ ਏ ਪਲੈਂਕ। ਇਹਨਾਂ ਜਿਹੜੇ ਵੱਡੇ ਡਲੇ ਆ ਇਸ ਨੂੰ ਤੋੜਨ ਦੀ ਵੀ ਲੋੜ ਹੁੰਦੀ ਹੈ। ਫੀਲਡ ਇਜ਼ ਲੈਵਲਡ ਫਾਰ ਸੋਇੰਗ ਐਜ਼ ਵੈਲ ਐਜ਼ ਫਾਰ ਇਰੀਗੇਸ਼ਨ ਪਰਪਸ। ਸੋ ਫੀਲਡ ਨੂੰ ਲੈਵਲ ਕੀਤਾ ਜਾਂਦਾ, ਬਰਾਬਰ ਕੀਤਾ ਜਾਂਦਾ, ਜਾਂ ਅਸੀਂ ਕਹੀਏ ਇਹਦੇ ਵਿੱਚ ਸੁਹਾਗਾ ਮਾਰਿਆ ਜਾਂਦਾ, ਤਾਂ ਕਿ ਜਿਹੜਾ ਇਰੀਗੇਸ਼ਨ ਪ੍ਰੋਸੈਸ ਆ, ਇਰੀਗੇਸ਼ਨ ਦਾ ਮਤਲਬ ਹੁੰਦਾ ਫਸਲਾਂ ਨੂੰ ਸਿੰਚਾਈ ਕਰਨਾ, ਫਸਲਾਂ ਨੂੰ ਪਾਣੀ ਦੇਣਾ, ਉਹਨੂੰ ਅਸੀਂ ਆਸਾਨੀ ਨਾਲ ਕਰ ਸਕੀਏ। ਤਾਂ ਲੈਵਲਿੰਗ ਆਫ ਸੋਇਲ ਇਜ਼ ਡਨ ਵਿਦ ਹੈਲਪ ਆਫ ਏ ਲੈਵਲਰ। ਜਿਹੜਾ ਸੋਇਲ ਨੂੰ ਲੈਵਲ ਕਰਨਾ ਜਾਂ ਸੁਹਾਗਾ ਮਾਰਨਾ, ਉਸ ਨੂੰ ਅਸੀਂ ਲੈਵਲਰ ਦੀ ਹੈਲਪ ਦੇ ਨਾਲ ਕੰਪਲੀਟ ਕਰਦੇ ਹਾਂ। ਸਮਟਾਈਮਸ ਮੈਨਿਓਰ ਇਜ਼ ਐਡਡ ਟੂ ਏ ਸੋਇਲ ਬਿਫੋਰ ਟਿਲਿੰਗ। ਕੁਝ ਜਿਹੜੇ ਕੇਸਾਂ ਦੇ ਵਿੱਚ ਅਸੀਂ ਜਿਹੜੀ ਮੈਨਿਓਰ ਆ, ਖਾਦ ਪਾਉਂਦੇ ਹਾਂ ਟਿਲਿੰਗ ਤੋਂ ਪਹਿਲਾਂ, ਮਤਲਬ ਮਿੱਟੀ ਨੂੰ ਪੋਲਾ ਕਰਨ ਤੋਂ ਪਹਿਲਾਂ। ਦਿਸ ਹੈਲਪਸ ਇਨ ਏ ਪ੍ਰੋਪਰ ਮਿਕਸਿੰਗ ਆਫ ਮੈਨਿਓਰ ਵਿਦ ਸੋਇਲ। ਇਹਦਾ ਮਤਲਬ ਹੁੰਦਾ ਕਿ ਸੋਇਲ ਦੇ ਵਿੱਚ ਜਿਹੜੀ ਮੈਨਿਓਰ ਆ, ਖਾਦ ਆ, ਉਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ। ਤਾਂ ਸੋਇਲ ਇਜ਼ ਵਾਟਰਿੰਗ ਫੋਰ ਸੋਇੰਗ। ਅੱਗੇ ਹੈ ਵੀ ਐਗਰੀਕਲਚਰਲ ਇੰਪਲੀਮੈਂਟਸ, ਜਿਹੜੇ ਖੇਤੀਬਾੜੀ ਦੇ ਸੰਦ ਨੇ। ਬਿਫੋਰ ਸੋਇੰਗ ਦਾ ਸੀਡਸ ਇਟ ਇਜ਼ ਨੈਸੈਸਰੀ ਟੂ ਬ੍ਰੇਕ ਸੋਇਲ to the size of grains to get better field। ਹੁਣ ਜਿਹੜਾ ਹੈ ਸੀਡਸ ਨੂੰ ਸੋਇੰਗ ਕਰਨ ਤੋਂ ਪਹਿਲਾਂ, ਬੀਜਣ ਤੋਂ ਪਹਿਲਾਂ ਇਹ ਜ਼ਰੂਰੀ ਹੁੰਦਾ ਕਿ ਜਿਹੜੀ ਸੋਇਲ ਆ, ਉਹਦਾ ਸਾਈਜ਼ ਆ, ਉਹ ਗ੍ਰੇਨ ਦੇ ਬਰਾਬਰ ਹੋਵੇ, ਜਿਹੜੀ ਵੀ ਫੀਲਡ ਦੇ ਵਿੱਚ ਗ੍ਰੇਨ ਸੋਇਲ ਪਈ ਆ। ਐਂਡ ਦਿਸ ਇਜ਼ ਡਨ ਵਿਦ ਦਾ ਹੈਲਪ ਆਫ ਵੇਰੀਅਸ ਟੂਲਸ। ਅਤੇ ਇਸ ਨੂੰ ਅਸੀਂ ਵੱਖ-ਵੱਖ ਟੂਲਸ ਜਾਂ ਯੰਤਰਾਂ ਦੁਆਰਾ ਕਰਦੇ ਹਾਂ। ਦਾ ਮੇਨ ਟੂਲ ਯੂਜ਼ਡ ਫਾਰ ਦਿਸ ਪਰਪਜ਼ ਆਰ ਦਾ ਪਲੋ, ਹੋਈ ਐਂਡ ਕਲਟੀਵੇਟਰ। ਇਹ ਜਿਹੜੇ ਮੇਨ ਇੰਪਲੀਮੈਂਟਸ ਨੇ, ਸੰਦ ਨੇ ਖੇਤੀਬਾੜੀ ਦੇ, ਜਿਨ੍ਹਾਂ ਦੁਆਰਾ ਅਸੀਂ ਇਹ ਕਰਦੇ ਹਾਂ। ਪਹਿਲਾ ਹੈ ਪਲੋ। ਦਿਸ ਇਜ਼ ਬੀਇੰਗ ਯੂਜ਼ਡ ਸਿੰਸ ਐਂਸੀਐਂਟ ਟਾਈਮ ਫਾਰ ਟਿਲਿੰਗ ਦਾ ਸੋਇਲ। ਇਹ ਪੁਰਾਣੇ, ਐਂਸੀਐਂਟ ਦਾ ਮਤਲਬ ਹੁੰਦਾ, ਐਂਸੀਐਂਟ ਆ ਜਿਹੜਾ ਟਾਈਮ, ਇਹਦਾ ਮਤਲਬ ਹੁੰਦਾ ਪੁਰਾਣੇ ਸਮੇਂ ਤੋਂ ਇਹ ਜਿਹੜੇ ਹਲ ਵਰਤੇ ਜਾਂਦੇ ਸੀ। adding fertilizer to crop, removing weeds, scraping of a soil, etc. This implement is made of wood। ਇਹ ਜਿਹੜਾ ਇੰਪਲੀਮੈਂਟ ਪਲੋ ਆ, ਉਹ ਪਹਿਲੇ ਸਮੇਂ ਦੇ ਵਿੱਚ ਲੱਕੜ ਦਾ ਬਣਿਆ ਸੀ। ਐਂਡ ਇਸ drawn by a pair of ਬਲਸ ਬੱਚਿਓ, ਜਿਵੇਂ ਬਲਦਾਂ ਦੀ ਜੋੜੀ, ਇਸ ਦੇ ਦੁਆਰਾ, ਬਲਦਾਂ ਦੁਆਰਾ ਇਸ ਪਲੋ ਨੂੰ, ਜਿਹੜਾ ਲੱਕੜ ਦਾ ਪਹਿਲੇ ਸਮੇਂ ਦੇ ਵਿੱਚ ਹੁੰਦਾ ਸੀ, ਉਹਦੇ ਨਾਲ ਚਲਾਇਆ ਜਾਂਦਾ ਸੀ। ਜਾਂ ਪਲੋ ਬਲਬਸ ਦੀ ਜਗ੍ਹਾ 'ਤੇ ਅਦਰ ਐਨੀਮਲ ਜਿਵੇਂ ਕਿ ਹਾਰਸ ਜਾਂ ਕੈਮਲ ਵੀ ਵਰਤੇ ਜਾਂਦੇ ਸੀ। ਇਟ ਕੰਟੇਨਸ ਏ ਸਟਰੋਂਗ ਟ੍ਰੈਂਗੂਲਰ ਆਇਰਨ ਸਟ੍ਰਿਪ। ਇਹਦੇ ਨਾਲ ਇੱਕ ਜਿਹੜੀ ਟ੍ਰੈਂਗੂਲਰ ਸ਼ੇਪ ਦੀ ਆਇਰਨ ਸਟ੍ਰਿਪ, ਲੋਹੇ ਦਾ ਹਿੱਸਾ ਲੱਗਿਆ ਹੁੰਦਾ ਸੀ, ਜਿਹਨੂੰ ਅਸੀਂ ਪਲੋਸ਼ੇਅਰ ਕਹਿੰਦੇ ਹਾਂ। ਦਾ ਮੇਨ ਪਾਰਟ of the plow is a long big wood which is called a plow shaft। ਤੇ ਜਿਹੜਾ ਉਸ ਆਇਰਨ ਦੇ ਪੀਸ ਦੇ ਪਿਛਲੇ ਪਾਸੇ ਇੱਕ ਲੌਂਗ ਵੁੱਡ, ਮਤਲਬ ਲੱਕੜ ਦਾ ਜਿਹੜਾ ਹੈ ਲੌਂਗ ਹਿੱਸਾ, ਉਸ ਨੂੰ ਪਲੋ ਸ਼ਾਫਟ ਕਿਹਾ ਜਾਂਦਾ, ਉਹ ਲੱਗਿਆ ਹੁੰਦਾ। ਦੇयर ਇਜ਼ ਏ ਹੈਂਡਲ ਐਟ ਵਨ ਐਂਡ ਆਫ ਏ ਸ਼ਾਫਟ ਦੇ ਇੱਕ ਹਿੱਸੇ ਤੇ ਹੈਂਡਲ ਲਗਾਇਆ ਜਾਂਦਾ। ਅਦਰ ਐਂਡ ਇਜ਼ ਅਟੈਚਡ ਟੂ ਏ ਬੀਮ ਵਿਚ ਇਜ਼ ਪਲੇਸਡ ਔਨ ਬਰਸ ਨੈਕਸ। ਜਿਹੜਾ ਉਹਦਾ ਦੂਸਰਾ ਹਿੱਸਾ ਹੈ, ਜਿਹਨੂੰ ਅਸੀਂ ਬੀਮ ਕਹਿੰਦੇ ਹਾਂ, ਉਹ ਜਿਹੜੇ ਬਲਸ ਨੇ, ਬਲਦਾਂ ਦੇ ਨੈਕ ਦੇ ਉੱਪਰ ਰੱਖਿਆ ਜਾਂਦਾ। ਵਨ ਪੇਅਰ ਆਫ ਬਲਸ ਐਂਡ ਏ ਮੈਨ ਕੈਨ ਈਜ਼ਲੀ ਆਪਰੇਟ ਦਾ ਪਲੋ। ਸੋ ਇੱਕ ਜਿਹੜਾ ਬਲਦਾਂ ਦਾ ਜੋੜਾ ਅਤੇ ਇੱਕ ਮੈਨ, ਕੋਈ ਵੀ ਇੱਕ ਮਨੁੱਖ ਆ ਜਿਹੜਾ ਇਸ ਪਲੋ ਨੂੰ ਆਪਰੇਟ ਈਜ਼ਲੀ ਕਰ ਸਕਦਾ। ਹੁਣ ਤੁਹਾਡੀ ਬੁੱਕ ਦੇ ਉੱਪਰ ਆ ਦੇਖੋ ਡਾਇਗਰਾਮ ਬਣਿਆ ਹੋਇਆ। ਆ ਜਿਹੜਾ ਹੈ ਹਲ ਹੈ, ਆ ਦੋਨੇ ਬਲਦਾਂ ਦੀ ਜੋੜੀ ਆ, ਅਤੇ ਇੱਕ ਫਾਰਮਰ ਹੈ, ਮੈਨ ਹੈ। ਦਾ ਇੰਡੀਜੀਨੀਅਸ ਵੂਡਨ ਪਲੋ ਇਜ਼ ਇਨਕਰੀਜ਼ਲੀ ਬੀਇੰਗ ਰੀਪਲੇਸਡ ਬਾਈ ਆਇਰਨ ਪਲੋਇਸ ਨਾਊਅਡੇਜ਼। ਜਿਹੜਾ ਇਹ ਲੱਕੜ ਦਾ ਹਲ ਸੀ, ਹੁਣ ਦੇ ਦਿਨਾਂ ਦੇ ਵਿੱਚ ਇਹ ਰੀਪਲੇਸ ਹੋ ਗਿਆ, ਮਤਲਬ ਬਦਲ ਗਿਆ। ਜਿਹੜੇ ਹੁਣ ਲੋਹੇ ਦੇ ਟਰੈਕਟਰ ਦੇ ਪਿੱਛੇ ਅਸੀਂ ਹਲ ਲਗਾ ਕੇ ਚਲਾਉਂਦੇ ਹਾਂ। ਅੱਗੇ ਹੈ ਬੱਚੇ ਹੋਈ। ਇਟ ਇਜ਼ ਅ ਸਿੰਪਲ ਟੂਲ ਵਿਚ ਯੂਜ਼ਡ ਫਾਰ ਰਿਮੂਵਿੰਗ ਬੀਡਸ। ਇਹ ਇੱਕ ਅਜਿਹਾ ਸੰਦ ਆ ਜਿਸ ਨੂੰ ਅਸੀਂ ਬੀਡਸ, ਨਦੀਨ ਰਿਮੂਵ ਕਰਨ ਦੇ ਲਈ ਯੂਜ਼ ਕਰਦੇ ਹਾਂ। ਬੀਡਸ ਹੁੰਦੇ ਨੇ ਨਦੀਨ ਹੁੰਦੇ ਨੇ ਜਿਹੜੇ ਮੇਨ ਫਸਲ ਦੇ ਨਾਲ ਵਾਧੂ ਪੌਦੇ ਜਿਹੜੇ ਉੱਗੇ ਆਉਂਦੇ ਆ। ਐਂਡ ਫਾਰ ਲੂਸਨਿੰਗ ਦਾ ਸੋਇਲ, ਹੋਈ ਨੂੰ ਮਿੱਟੀ ਪੋਲੀ ਕਰਨ ਲਈ ਵੀ ਯੂਜ਼ ਕੀਤਾ ਜਾਂਦਾ। ਇਟ ਹੈਜ਼ ਏ ਲੌਂਗ ਰੋਡ ਆਫ ਏ ਵੁੱਡ ਔਰ ਆਇਰਨ, ਸਟਰੋਂਗ ਬਰੋਡ ਐਂਡ ਬੈਂਟ ਪਲੇਟ ਆਫ ਆਇਰਨ ਇਜ਼ ਫਿਕਸਡ ਟੂ ਵਨ ਆਫ ਐਂਡਸ। ਐਂਡ ਵਰਕਸ ਲਾਈਕ ਏ ਬਲੇਡ। ਇੱਕ ਬਲੇਡ ਦੀ ਤਰ੍ਹਾਂ ਇਹ ਫੰਕਸ਼ਨ ਕਰਦਾ। ਐਂਡ ਇਜ਼ ਪੁਲਡ ਬਾਈ ਐਨੀਮਲਸ। ਅਤੇ ਇਹ ਵੀ ਇਸ ਨੂੰ ਵੀ
ਚਲਾਉਣ ਦੇ ਲਈ ਸਾਨੂੰ ਪਸ਼ੂਆਂ ਦੀ ਜ਼ਰੂਰਤ ਪੈਂਦੀ ਆ। ਆ ਦੇਖੋ ਇਹਦਾ ਹੋਏ ਦਾ ਡਾਇਗਰਾਮ, ਗ੍ਰਿਪ ਆ, ਹੈਂਡਲ ਹੈ, ਇਹ ਬੈਂਟ ਪਲੇਟ ਆ ਥੱਲੇ ਨੂੰ ਮੁੜੀ ਹੋਈ ਆ, ਇਹ ਰੋਡ ਆ ਤੇ ਬੀਮ ਆ, ਠੀਕ ਆ। ਅੱਗੇ ਹੈ ਬੇਟੇ ਕਲਟੀਵੇਟਰ। Nowadays, plowing is done by tractor-driven cultivator. Use of cultivator saves labor and time. ਹੁਣ ਦੇ ਦਿਨਾਂ ਵਿੱਚ ਅਸੀਂ ਟਰੈਕਟਰ ਦੀ ਵਰਤੋਂ ਕਰਦੇ ਹਾਂ ਕਲਟੀਵੇਟਰ ਦੇ ਤੌਰ ਤੇ ਜਿਹੜਾ ਇਹ ਕਲਟੀਵੇਟਰ ਨੇ ਇਹਦੇ ਨਾਲ ਲੇਬਰ ਵੀ ਬਚਦੀ ਹੈ ਤੇ ਸਮਾਂ ਵੀ ਬਚਦਾ। ਆ ਤੁਸੀਂ ਦੇਖ ਸਕਦੇ ਹੋ। ਵੈਸੇ ਵੀ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਟਰੈਕਟਰ ਦੇ ਪਿੱਛੇ ਕਿੰਨੇ ਜਿਹੜੇ ਸਾਧਨ ਨੇ ਖੇਤਾਂ ਵਿੱਚ ਚਲਾਏ ਜਾਂਦੇ ਨੇ, ਹਲ ਨੇ, ਹੋਈ ਆ, ਇਸ ਨੂੰ ਦੇਖ ਸਕਦੇ ਹਾਂ, ਠੀਕ ਆ। ਅੱਗੇ ਹੈ ਅਗਲਾ ਪ੍ਰੈਕਟਿਸ ਦਾ ਜਿਹੜਾ ਸਟੈਪ ਆ ਉਹ ਹੈ ਸੋਇੰਗ। ਪਹਿਲਾ ਸੀ ਪਲੋਇੰਗ, ਫਿਰ ਹੈ ਸੋਇੰਗ। ਪਹਿਲਾਂ ਹਲ ਵਾਹੁਣਾ, ਮਿੱਟੀ ਪੋਲੀ ਕਰਨੀ, ਦੂਸਰਾ ਹੈ ਸੀਡ ਨੂੰ ਬੀਜਣਾ। ਇਟ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ ਆਫ ਕ੍ਰੌਪ ਪ੍ਰੋਡਕਸ਼ਨ। ਬਿਫੋਰ ਸੋਇੰਗ ਗੁੱਡ ਕੁਆਲਿਟੀ ਸੀਡਸ ਆਰ ਸਿਲੈਕਟਡ। ਫਸਲ ਬੀਜਣ ਤੋਂ ਪਹਿਲਾਂ ਸਾਨੂੰ ਇੱਕ ਚੰਗੀ ਕਿਸਮ ਦੇ ਬੀਜ ਚਾਹੀਦੇ ਨੇ। ਗੁੱਡ ਕੁਆਲਿਟੀ ਸੀਡਸ ਆਰ ਕਲੀਨ ਐਂਡ ਹੈਲਥੀ ਸੀਡਸ ਆਫ ਏ ਗੁੱਡ ਵੈਰਾਈਟੀ। ਜਿਹੜੇ ਸੀਡਸ ਨੇ ਉਹ ਚੰਗੀ ਕਿਸਮ ਦੇ ਹੋਣੇ ਚਾਹੀਦੇ ਆ, ਨਾਲ ਸਾਫ਼ ਹੋਣੇ ਚਾਹੀਦੇ ਆ ਅਤੇ ਹੈਲਦੀ ਹੋਣੇ ਚਾਹੀਦੇ ਆ। ਫਾਰਮਰਸ ਪ੍ਰੈਫਰ ਟੂ ਯੂਜ਼ ਸੀਡਸ ਵਿਚ ਗਿਵ ਏ ਹਾਈ ਯੀਲਡ। ਜਿਹੜੇ ਕਿਸਾਨ ਨੇ, ਫਾਰਮਰਸ ਨੇ, ਉਹ ਕਿਹਨੂੰ ਜ਼ਿਆਦਾ ਪ੍ਰੈਫਰ ਹੁੰਦਾ ਪਹਿਲ ਕਰਨਾ, ਵੀ ਉਹ ਸੀਡਸ ਨੂੰ, ਉਹ ਬੀਜਾਂ ਨੂੰ ਪ੍ਰੈਫਰ ਕਰਦੇ ਨੇ, ਪਹਿਲ ਦਿੰਦੇ ਨੇ ਜਿਨ੍ਹਾਂ ਦੀ ਹਾਈ ਯੀਲਡ ਹੋਵੇ, ਵੱਧ ਪੈਦਾਵਾਰ ਹੋਵੇ। ਨਾਓ ਸਿਲੈਕਸ਼ਨ ਆਫ ਸੀਡਸ। ਅਸੀਂ ਜਿਹੜੇ ਬੀਜ ਨੇ ਉਹਨਾਂ ਦੀ ਸਿਲੈਕਸ਼ਨ ਕਿਵੇਂ ਕਰਾਂਗੇ? ਇਹਦੇ ਵਿੱਚ ਇੱਕ ਛੋਟੀ ਜਿਹੀ ਐਕਟੀਵਿਟੀ ਆ, ਯੂ ਕੈਨ ਡੂ ਐਟ ਯੂਅਰ ਹੋਮ ਲੈਵਲ। ਟੇਕ ਏ ਬੀਕਰ, ਇੱਕ ਬੀਕਰ ਜਾਂ ਗਲਾਸ ਲਓ ਐਂਡ ਫਿਲ ਹਾਫ ਆਫ ਵਿਦ ਵਾਟਰ। ਉਸ ਨੂੰ ਅੱਧਾ ਪਾਣੀ ਦਾ ਭਰੋ। ਪੁੱਟ ਏ ਹੈਂਡਫੁਲ ਆਫ ਏ ਵੀਟ ਸੀਡਸ। ਉਹਦੇ ਵਿੱਚ ਇੱਕ ਮੁੱਠੀ ਭਰ ਕੇ ਕਣਕ ਦੇ ਦਾਣਿਆਂ ਦੀ ਜਾਂ ਕਣਕ ਦੇ ਸੀਡ ਪਾ ਦਿਓ ਐਂਡ ਸਟਿਰ ਵੈਲ। ਉਸ ਨੂੰ ਹਿਲਾਓ। ਵੇਟ ਫਾਰ, ਸਟਿਰ ਕਰਨ ਤੋਂ ਬਾਅਦ, ਹਿਲਾਉਣ ਤੋਂ ਬਾਅਦ ਉਹਨੂੰ ਕੁਝ ਸਮਾਂ ਉਵੇਂ ਪਿਆ ਰਹਿਣ ਦਿਓ। ਵੇਟ ਫਾਰ ਸਮ ਟਾਈਮ, ਤਾਂ ਕੁਝ ਸਮੇਂ ਤੱਕ ਵੇਟ ਕਰੋ। ਕੀ ਹੋਊਗਾ? ਆਰ ਦੇਅਰ ਸੀਡਸ ਵਿੱਚ ਫਲੋਟ ਵਾਟਰ। ਧਿਆਨ ਨਾਲ ਦੇਖੋ ਕਿ ਇਹ ਸੀਡਸ ਪਾਣੀ ਦੇ ਉੱਪਰ ਫਲੋਟ ਕਰਦੇ ਨੇ, ਤੈਰਦੇ ਨੇ। ਵੁੱਡ ਦੋਜ਼ ਵੀ ਲਾਈਟਰ ਹੈਵੀਅਰ ਦੈਨ ਦੋਜ਼ ਵੀਕ ਸਿੰਕ। ਇਹ ਧਿਆਨ ਰੱਖਣਾ ਵੀ ਕਿਹੜੇ ਹੈਵੀਅਰ ਨੇ, ਹੈਵੀ ਭਾਰੇ ਨੇ, ਕਿਹੜੇ ਲਾਈਟਰ ਨੇ, ਅਤੇ ਜਿਹੜੇ ਸਿੰਕ ਮਤਲਬ ਪਾਣੀ 'ਚ ਡੁੱਬ ਜਾਣਾ, ਕਿਹੜੇ ਪਾਣੀ ਦੇ ਵਿੱਚ ਡੁੱਬ ਜਾਂਦੇ ਨੇ ਅਤੇ ਕਿਹੜੇ ਫਲੋਟ ਕਰਦੇ ਨੇ। ਵਾਈ ਵੁੱਡ ਵੀ ਲਾਈਟਰ ਡੈਮੇਜਡ। ਇਹ ਜਿਹੜੇ ਲਾਈਟਰ ਨੇ ਇਹਨਾਂ ਦਾ ਕੀ ਮਤਲਬ ਹੈ? ਕਿਉਂ ਲਾਈਟਰ ਹੁੰਦੇ ਨੇ? ਡੈਮੇਜਡ ਸੀਡਸ ਬਿਕਮ ਹਾਲੋ। ਜਿਹੜੇ ਡੈਮੇਜਡ ਖਰਾਬ ਬੀਜ ਹੁੰਦੇ ਨੇ ਉਹ ਅੰਦਰੋਂ ਖੋਖਲੇ ਹੁੰਦੇ ਨੇ, ਹਾਲੋ ਖਾਲੀ ਹੁੰਦੇ ਨੇ। ਐਂਡ ਆਰ ਦਸ ਲਾਈਟ, ਇਸ ਲਈ ਉਹ ਹਲਕੇ ਹੁੰਦੇ ਨੇ। ਦੇਅਰ ਫੋਰ ਦੇ ਫਲੋਟ ਔਨ ਵਾਟਰ, ਉਹ ਪਾਣੀ ਦੇ ਉੱਪਰ ਤੈਰਦੇ ਰਹਿੰਦੇ ਨੇ। ਮਤਲਬ ਅਸੀਂ ਉਸ ਨੂੰ ਸੀਡ ਦੇ ਤੌਰ 'ਤੇ, ਸੋਇੰਗ ਦੇ ਲਈ ਦੇ ਤੌਰ 'ਤੇ ਨਹੀਂ ਯੂਜ਼ ਕਰਾਂਗੇ। ਦਿਸ ਇਜ਼ ਏ ਗੁੱਡ ਮੈਥਡ ਆਫ ਸਪਰੇਟਿੰਗ ਗੁੱਡ ਹੈਲਥੀ ਸੀਡਸ in a damaged ones. Before showing one of a improper task is to know about tools for sowing seeds. ਬੀਜਣ ਤੋਂ ਪਹਿਲਾਂ ਅਸੀਂ ਕੁਝ ਟ੍ਰੈਡੀਸ਼ਨਲ ਜਿਹੜੇ ਆਪਣੇ ਟੂਲਸ ਨੇ, ਔਜ਼ਾਰ ਬਾਰੇ ਪੜਾਂਗੇ। ਜਿਹੜੇ ਹੈਗੇ ਟ੍ਰੈਡੀਸ਼ਨਲ ਟੂਲ। ਦਾ ਟੂਲ ਯੂਜ਼ ਟ੍ਰੈਡੀਸ਼ਨਲੀ ਫਾਰ ਸੋਇੰਗ ਸੀਡ ਸ਼ੇਪਡ ਲਾਈਕ ਏ ਫਨਲ। ਪਹਿਲਾਂ ਇੱਕ ਫਨਲ ਦੇ ਤੌਰ 'ਤੇ, ਜਿਹਦੀ ਮਤਲਬ ਉਹ ਔਜ਼ਾਰ ਜਿਹਦੀ ਸ਼ੇਪ ਆ ਫਨਲ ਵਰਗੀ ਸੀ, ਜਿਵੇਂ ਡਾਇਗਰਾਮ ਵਿੱਚ ਦਿਖਾਇਆ ਹੋਇਆ 1.2। ਆਹ ਦੇਖੋ, ਆਹ ਦੇਖੋ ਆਪਣੇ ਡਾਇਗਰਾਮ ਦੇ ਵਿੱਚ ਬੇਟਾ, ਆਹ ਫਨਲ ਆ। ਇਸ ਨੂੰ ਅੱਗੇ ਦੇਖੋ ਕਿ ਜਿਹੜਾ ਆਹ ਫਨਲ ਦੇ ਵਿੱਚੋਂ ਸੀਡ ਇੱਥੇ ਪਾਈ ਜਾਂਦੇ ਸੀ, ਅਤੇ ਉਹ ਬਲਦਾਂ ਦਾ ਜਿਹੜਾ ਆਹ ਆਪਣਾ ਔਜ਼ਾਰ ਹੈ, ਡਿਵਾਈਸ, ਬਲਦਾਂ ਦੀ ਹੈਲਪ ਨਾਲ ਚਲਾਇਆ ਜਾਂਦਾ। ਇਸ ਤਰ੍ਹਾਂ ਹੀ ਮਿੱਟੀ ਵਿੱਚ ਆ ਜਾਂਦੇ ਸੀ। ਇਹਦੇ ਵਿੱਚ ਕੀ ਆ? ਸੀਡਸ ਆਰ filled into a funnel passed through two pipes having sharp ends। ਜਿਹੜੇ ਦੋ ਪਾਈਪਾਂ ਨੇ ਜਿਹਦੇ ਵਿੱਚ ਫਨਲ ਦੇ ਵਿੱਚ ਪਾਇਆ ਜਾਂਦਾ, ਉਹਦੇ ਐਂਡ ਆ ਜਿਹੜੇ ਸਿਰੇ ਆ ਉਹ ਮਿੱਟੀ 'ਚ ਆਉਂਦੇ ਨੇ। the ends piece into soil and place seeds there। ਅੱਗੇ ਹੈ ਬੇਟੇ ਸੀਡ। ਹਾਂ ਦੇਖੋ, ਸੀਡ ਡਰੈਲ। nowadays ਸੀਡ ਡਰੈਲ, ਹੁਣ ਦੇ ਸਮੇਂ ਵਿੱਚ ਸੀਡ ਡਰੈਲ ਨੂੰ ਵਰਤਿਆ ਜਾਂਦਾ ਫਾਰ ਸੋਇੰਗ ਵਿਦ ਦ ਹੈਲਪ ਆਫ ਟਰੈਕਟਰ, ਜਿਹੜਾ ਕਿ ਟਰੈਕਟਰ ਦੀ ਮਦਦ ਨਾਲ ਚੱਲਦਾ। ਦੇ ਸਟੋਲ ਸੋਜ਼ ਦਾ ਸੀਡਸ ਯੂਨੀਫਾਰਮਲੀ ਐਟ ਪ੍ਰੋਪਰ ਡਿਸਟੈਂਸ ਐਂਡ ਡੈਪਥਸ। ਇਹਦੇ ਨਾਲ ਜਿਹੜੇ ਸੀਡ ਨੇ, ਬੀਜ ਨੇ, ਉਹ ਪ੍ਰੋਪਰ ਡਿਸਟੈਂਸ, ਸਹੀ ਦੂਰੀ 'ਤੇ ਜਾਂਦੇ ਨੇ ਅਤੇ ਸਹੀ ਡੈਪਥ, ਡੂੰਘਾਈ ਤੱਕ ਜਾਂਦੇ ਨੇ। ਇਟ ਇਨਸ਼ੋਰ ਦੈਟ ਸੀਡਸ ਗੈਟ ਕਵਰਡ ਬਾਈ ਸੋਇਲ ਆਫਟਰ ਸੋਇੰਗ। ਅਤੇ ਸੀਡ ਨੂੰ ਬੀਜਣ ਤੋਂ ਬਾਅਦ ਉਸ ਨੂੰ ਮਿੱਟੀ ਦੇ ਨਾਲ ਕਵਰ ਕਰ ਦਿੱਤਾ ਜਾਂਦਾ, ਢੱਕ ਦਿੱਤਾ ਜਾਂਦਾ। ਦਿਸ ਪ੍ਰੀਵੈਂਟਸ ਡੈਮੇਜ ਕਾਜ਼ਡ ਬਾਈ ਬਰਡਸ। ਨਹੀਂ ਤਾਂ ਕੀ ਹੁੰਦਾ, ਜਿਹੜੇ ਪੰਛੀ ਉਹ ਖੇਤਾਂ ਵਿੱਚੋਂ ਦਾਣੇ ਚੁੱਕ ਕੇ ਲੈ ਜਾਂਦੇ ਨੇ। ਸੋਇੰਗ ਬਾਈ ਯੂਜ਼ਿੰਗ ਏ ਸੀਡ ਡਰੈਲ ਸੇਵਸ ਟਾਈਮ ਐਂਡ ਲੇਬਰ।
An appropriate distance between seeds is important to avoid overcrowding of plants. ਇਹ ਜਿਹੜੀ ਅਸੀਂ ਪੌਦਿਆਂ ਦੇ ਵਿੱਚ ਜਾਂ ਸੀਡ ਦੇ ਵਿੱਚ ਡਿਸਟੈਂਸ ਰੱਖਦੇ ਹਾਂ, ਇਹਦਾ ਮਤਲਬ ਹੁੰਦਾ ਕਿ ਜਿਹੜੇ ਪਲਾਂਟਸ ਨੇ ਉਹ ਆਪਸ ਵਿੱਚ ਹੀ ਨਾ ਟਕਰਾਉਣ, ਓਵਰਕਰਾਊਡ ਨਾ ਹੋਣ। ਇਹਦੇ ਨਾਲ ਕੀ ਹੁੰਦਾ, ਦਿਸ ਅਲਾਉਸ ਪਲਾਂਟਸ ਟੂ ਗੈਟ ਸਫੀਸ਼ੀਐਂਟ ਸਨਲਾਈਟ, ਨਿਊਟ੍ਰੀਐਂਟਸ ਐਂਡ ਵਾਟਰ ਫਰੋਮ ਸੋਇਲ। ਪ੍ਰੋਪਰ ਦੂਰੀ ਦੇ ਨਾਲ ਜਿਹੜਾ ਹੈ ਸਫੀਸ਼ੈਂਟ ਸੂਰਜ ਦੀ ਰੋਸ਼ਨੀ, ਸਹੀ ਮਾਤਰਾ ਵਿੱਚ ਸੂਰਜ ਦੀ ਰੋਸ਼ਨੀ ਉਹਨਾਂ ਨੂੰ ਮਿਲਦੀ ਰਹਿੰਦੀ ਆ, ਪੋਸ਼ਕ ਤੱਤ ਮਿਲਦੇ ਰਹਿੰਦੇ ਆ, ਅਤੇ ਪਾਣੀ ਆ ਜਿਹੜਾ ਉਹ ਮਿੱਟੀ ਤੋਂ ਮਿਲਦਾ ਰਹਿੰਦਾ। ਸਮਟਾਈਮਸ ਇਫ ਯੂ ਪਲਾਂਟਸ ਹੈਵ ਟੂ ਬੀ ਰਿਮੂਵ ਟੂ ਪ੍ਰੀਵੈਂਟ ਓਵਰਕਰਾਊਡਿੰਗ। ਅਤੇ ਕੁਝ ਜਿਹੜੇ ਪੌਦੇ ਨੇ ਜੇ ਓਵਰਕਰਾਊਡ ਹੋ ਵੀ ਜਾਵੇ ਤਾਂ ਉਸ ਨੂੰ ਅਸੀਂ ਰਿਮੂਵ ਕਰ ਦਿੰਦੇ ਹਾਂ। ਬਾਕੀ ਚੈਪਟਰ ਬੇਟਾ ਅਸੀਂ ਅਗਲੇ ਵੀਡੀਓ ਦੇ ਵਿੱਚ ਪੜ੍ਹਾਂਗੇ, ਠੀਕ ਆ। ਹੁਣ ਇਹ ਤੁਹਾਨੂੰ ਕਿਵੇਂ ਲੱਗਿਆ ਚੈਪਟਰ, ਕੀ ਤੁਹਾਨੂੰ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ, ਤੁਸੀਂ ਗਰੁੱਪ ਦੇ ਵਿੱਚ ਇਹ ਵੀਡੀਓ ਦੇਖਣ ਤੋਂ ਬਾਅਦ ਗਰੁੱਪ ਦੇ ਵਿੱਚ ਆਪਣੇ ਜਿਹੜੇ ਵਿਊਜ਼ ਨੇ ਉਹ ਮੈਨੂੰ ਜ਼ਰੂਰ ਦੱਸਣੇ ਆ, ਠੀਕ ਆ। ਓਕੇ ਬਾਏ।